प्यारे बच्चों, अज असी इतिहास की एक ऐसी शख्सियत बारे गलबात करन दा जतन करांगे जिन्हां दे बाबत इतिहासकार कहते हैं कि उन्हां दा कद काठ बहुत लम्मा ते शरीर पतला सी, बावां भी बहुत लम्मियां सन। ओ गुरु गोबिंद सिंह महाराज जी दे 40 सिखां दे विचों सब तो हरमन प्यारे सिख सन। मेरी मुराद भाई बचित्र सिंह। उन्हां दे जीवन बाबत जानन तो पहला आओ गुरफतेह दी सांझ पाईए। गज के आखो वाहिगुरू जी का खालसा, वाहिगुरू जी की फतेह। भाई बचित्र सिंह भाई मनी सिंह जी दे 10 पुत्रां दे विचों एक सन, जिन्हां दा जन्म 12 अप्रैल 1663 ईस्वी नूं पिंड अलीपुर विच होया। आप जी दी माता दा नाम बीबी सीतो खंडे बाटे दी पौह लैण तो बाद बसंत कौर दे घर विच होया। भाई बचित्र सिंह भाई मनी सिंह दे उन्हां पुत्रां विचों सन जिहड़े 6 पुत्र उन्हां ने गुरु गोबिंद सिंह महाराज जी दे अगे भेटा कर दिते। उस समय तो लैके भाई बचित्र सिंह दी हर प्रकार की सिखलाई गुरु गोबिंद सिंह महाराज जी की निगरानी विच हुई। घोड़सवारी, तलवारबाजी, नेजाबाजी, बरछा चलाउण दे विच वो बेहद निपुण सन। गतके दे तमाम गुण उन्होंने बाखूबी सीखे सन। एक समा ऐसा आया जदों उन्हां दे सिखे हुए गुणां दी परख होनी सी। भावें कि भाई बचित्र सिंह जी ने 1705 ईस्वी तो पहलां दियां जिन्नियां भी जंगां गुरु गोबिंद सिंह महाराज जी दियां पहाड़ी राजियां दे नाल जां दिल्ली हकूमत दे नाल होईयां, उन्हां सारियां दे विच ही अगे हो के भाग लिया ते गुरु दियां खुशियां प्राप्त कीतियां। पर अज भाई बचित्र सिंह दा एक इस तरह का इम्तिहान आ पिया। पहाड़ी राजियां ने गुरु गोबिंद सिंह महाराज जी वालों बनाए गए लोहगढ़ किले दे उत्ते हमला करन दी ठान लई। भावें कि उन्हां नूं रोकण दे वास्ते पहलां दुनी चंद दी ड्यूटी लाई गई, पर दुनी चंद रात चोरी चोरी कंध टप के जदों भजन लगा ते ओदी लत्त टुट जाण करके ओदा पाज उगड़ गया। उस दी जगह दे उत्ते गुरु गोबिंद सिंह महाराज ने भाई बचित्र सिंह जी की ड्यूटी लाई कि तुसीं पहाड़ी राजियां दे वल्लों तैयार कीते गए मस्त हाथी का मुकाबला करोगे, क्योंकि लोहगढ़ किले नूं ढाउणा कोई सौखा नहीं सी ते हाथी का मुकाबला भी हाथी कर सकदा है। पर प्यारे बच्चों, इत्थे ये गल बड़ी रोचक है कि एक पासे कारे शरीर का पतला जिहा लम्मियां बाहां वाला नौजवान है, दूजे पासे मस्त हाथी है जिन्हों शराब पिलाई गई है,
ਜਿਹਦੇ ਮੱਥੇ ਦੇ ਉੱਤੇ ਤਵੀ ਬੰਨੀ ਗਈ ਹੈ, ਉਹਨੂੰ ਹਰ ਇੱਕ ਪੱਖ ਤੋਂ ਤਿਆਰ ਕੀਤਾ ਗਿਆ ਹੈ। ਉਹਦਾ ਕੰਮ ਕੀ ਹੈ ਵੀ ਉਹਨੇ ਲੋਹਗੜ੍ਹ ਦੇ ਕਿਲੇ ਦਾ ਦਰਵਾਜ਼ਾ ਜਿਹੜਾ ਹੈ ਉਹਨੂੰ ਢਾਉਣਾ ਹੈ, ਉਹਦੇ ਉੱਤੇ ਹਮਲਾ ਕਰਕੇ ਉਹਨੂੰ ਖੋਲ੍ਹ ਦੇਣਾ ਹੈ। ਬਾਕੀ ਕੰਮ ਪਿਛਲੀ ਫੌਜ ਨੇ ਕਰਨਾ ਹੈ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਦੇ ਸਦਕਾ ਭਾਈ ਬਚਿੱਤਰ ਸਿੰਘ ਨੇ ਨਾਗਨੀ ਦੇ ਨਾਲ ਹਾਥੀ ਦਾ ਮੁਕਾਬਲਾ ਕੀਤਾ। ਇਹ ਮੁਕਾਬਲਾ ਗੁਰੂ ਦੀ ਬਖਸ਼ਿਸ਼ ਤੋਂ ਬਗੈਰ ਸੰਭਵ ਨਹੀਂ ਸੀ। ਇਹ ਜਿੱਤ ਭਾਵੇਂ ਸਿੱਖ ਦੀ ਸੀ, ਪਰ ਉਹ ਸਿੱਖ ਦੀ ਜਿੱਤ ਗੁਰੂ ਦੀ ਬਖਸ਼ਿਸ਼ ਦੇ ਸਦਕਾ ਸੀ। ਗੁਰੂ ਨੇ ਆਪਣੀ ਮਿਹਰ ਦਾ, ਆਪਣੀ ਬਖਸ਼ਿਸ਼ ਦਾ, ਆਪਣੀ ਨਦਰ ਦਾ ਹੱਥ ਬਚਿੱਤਰ ਸਿੰਘ ਦੇ ਸਿਰ ਤੇ ਬਣਾ ਕੇ ਰੱਖਿਆ ਕਿ ਸਬੱਬ ਇਸ ਤਰ੍ਹਾਂ ਦਾ ਬਣਿਆ ਵੀ ਜਿਹੜਾ ਹਾਥੀ ਸਿੱਖਾਂ ਨੂੰ ਕੁਚਲਣ ਵਾਸਤੇ ਆਇਆ ਸੀ, ਲੋਹਗੜ੍ਹ ਦੇ ਕਿਲੇ ਨੂੰ ਕੁਚਲਣ ਵਾਸਤੇ ਆਇਆ ਸੀ, ਉਹ ਆਪਣੀ ਫੌਜ ਨੂੰ ਕੁਚਲਦਾ ਹੋਇਆ ਨੱਠ ਗਿਆ। ਉਸ ਤੋਂ ਬਾਅਦ ਦਸੰਬਰ ਦਾ ਮਹੀਨਾ ਆਉਂਦਾ ਹੈ, ਦੇਸੀ ਪੋਹ ਦਾ ਮਹੀਨਾ ਹੈ। ਆਨੰਦਪੁਰ ਦਾ ਕਿਲ੍ਹਾ ਕਲਗੀਧਰ ਪਾਤਸ਼ਾਹ ਜੀ ਨੂੰ ਛੱਡਣਾ ਪਿਆ ਤੇ ਛੱਡਣ ਤੋਂ ਪਹਿਲਾਂ ਉਹਨਾਂ ਨੇ ਇੱਕ ਵਿਉਂਤਬੰਦੀ ਕੀਤੀ ਵੀ ਜਿਸ ਵਿਉਂਤਬੰਦੀ ਦੇ ਅਨੁਸਾਰ ਜਿਹੜੀ ਬਾਹਰ ਲੱਖਾਂ ਦੀ ਗਿਣਤੀ ਵਿੱਚ ਫੌਜ ਹੈ ਉਹਦਾ ਮੁਕਾਬਲਾ ਕੀਤਾ ਜਾ ਸਕੇ। ਉਸ ਵਿਉਂਤਬੰਦੀ ਦੇ ਮੁਤਾਬਕ ਕੁਝ ਜਗ੍ਹਾ ਜਿਹੜੀਆਂ ਉਹ ਡਿਸਾਈਡ ਕੀਤੀਆਂ ਗਈਆਂ, ਜਿਨ੍ਹਾਂ ਜਗ੍ਹਾਵਾਂ ਦੇ ਉੱਤੇ ਕੁਝ ਸਿੱਖਾਂ ਦੀ ਡਿਊਟੀ ਲਾਈ ਗਈ ਵੀ ਤੁਸੀਂ ਉਹਨਾਂ ਫੌਜਾਂ ਨੂੰ ਰੋਕਣਾ ਹੈ ਜਿਹੜੀ ਫੌਜ ਬਾਹਰ ਸਿੱਖਾਂ ਦੀ ਵਹੀਰ ਦੇ ਉੱਤੇ ਹਮਲਾ ਕਰਨ ਵਾਸਤੇ ਤਿਆਰ ਬੈਠੀ ਹੈ। ਉਹਦੇ ਵਿੱਚ ਜਿੱਥੇ ਬਾਬਾ ਅਜੀਤ ਸਿੰਘ ਨੇ, ਬਾਬਾ ਉਦੇ ਸਿੰਘ ਹੈ, ਭਾਈ ਜੀਵਨ ਸਿੰਘ ਨੇ, ਉੱਥੇ ਨਾਲ ਹੀ ਭਾਈ ਬਚਿੱਤਰ ਸਿੰਘ ਦੀ ਡਿਊਟੀ ਵੀ ਕਲਗੀਧਰ ਪਿਤਾ ਨੇ ਲਾਈ ਹੈ। ਉਹਨਾਂ ਨੇ ਸਰਸਾ ਦਰਿਆ ਨੂੰ ਪਾਰ ਕਰਕੇ ਮਲਕਪੁਰ ਰੰਘਣਾ ਜਿਹੜੀ ਪਿੰਡ ਦੀ ਜੂਹ ਹੈ ਉੱਥੇ ਪਿੱਛੇ ਆ ਰਹੀ ਫੌਜ ਨੂੰ ਰੋਕਣਾ ਹੈ। ਹੁਣ ਉੱਥੇ ਸਰਸਾ ਦਰਿਆ ਤੋਂ ਪਾਰ ਲੜਾਈ ਹੋਈ ਹੈ। ਲੜਾਈ ਦੇ ਵਿੱਚ ਕਾਫੀ ਪਹਾੜੀ ਰਾਜਿਆਂ ਦੀ ਫੌਜ, ਉਹਨਾਂ ਦੇ ਜਰਨੈਲ ਮਾਰੇ ਜਾ ਚੁੱਕੇ ਨੇ। ਇੱਥੇ ਸਿੱਖ ਵੀ ਵੱਡੀ ਗਿਣਤੀ ਦੇ ਵਿੱਚ ਸ਼ਹੀਦ ਹੋ ਚੁੱਕੇ ਨੇ। ਉਹਨਾਂ ਦੀ ਸ਼ਹੀਦੀ ਦੇ ਨਾਲ ਨਾਲ ਭਾਈ ਬਚਿੱਤਰ ਸਿੰਘ ਵੀ ਜ਼ਖਮੀ ਹੋ ਚੁੱਕੇ ਹਨ। ਹੁਣ ਸਿਪਾਹੀ ਭਾਈ ਬਚਿੱਤਰ ਸਿੰਘ ਨੂੰ ਮਰਿਆ ਹੋਇਆ ਸਮਝ ਕੇ ਉੱਥੇ ਛੱਡ ਜਾਂਦੇ ਹਨ ਤੇ ਪਿੱਛੇ ਬਾਬਾ ਅਜੀਤ ਸਿੰਘ ਦੀ ਫੌਜ ਆ ਰਹੀ ਸੀ, ਜਿਹੜੀ ਫੌਜ ਨੇ ਭਾਈ ਬਚਿੱਤਰ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਉੱਥੋਂ ਉਠਾ ਕੇ ਕੋਟਲਾ ਨਿਹੰਗ ਖਾਂ ਜਿਹੜਾ ਰੋਪੜ ਦੇ ਨਵਾਬ ਦੇ ਪਿੰਡਾਂ ਦੇ ਵਿੱਚ ਆਉਂਦਾ ਸੀ, ਉਹਦੀ ਨਿਗਰਾਨੀ ਵਿੱਚ ਸੀ। ਉਸ ਕੋਟਲਾ ਨਿਹੰਗ ਖਾਂ ਦੇ ਘਰ ਦੇ ਵਿੱਚ ਲੈ ਗਏ ਜਿੱਥੇ ਆਲਰੇਡੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੱਖਾਂ ਨਾਲ ਠਹਿਰੇ ਹੋਏ ਸਨ। ਹੁਣ ਉੱਥੇ ਵੈਦ ਨੂੰ ਬੁਲਾ ਕੇ ਭਾਈ ਬਚਿੱਤਰ ਸਿੰਘ ਦਾ ਇਲਾਜ ਕਰਾਇਆ ਗਿਆ ਤੇ ਕਲਗੀਧਰ ਪਿਤਾ ਭਾਈ ਬਚਿੱਤਰ ਸਿੰਘ ਨੂੰ ਉੱਥੇ ਛੱਡ ਕੇ ਅਗਾਂਹ ਚਲੇ ਜਾਂਦੇ ਹਨ। ਇੱਧਰੋਂ ਸੂਹ ਮਿਲਦਿਆਂ ਜਦੋਂ ਰੋਪੜ ਦੇ ਹਾਕਮ ਦੀ ਫੌਜ ਭਾਈ ਬਚਿੱਤਰ ਸਿੰਘ ਦੀ ਤਲਾਸ਼ ਦੇ ਵਿੱਚ ਭਾਈ ਨਿਹੰਗ ਖਾਂ ਦੇ ਘਰ ਆਉਂਦੀ ਹੈ ਤੇ ਉਹਨਾਂ ਦੀ ਬੇਟੀ ਜਿਹਦਾ ਨਾਮ ਬੀਬੀ ਮੁਮਤਾਜ਼ ਇਤਿਹਾਸ ਵਿੱਚ ਆਇਆ ਹੈ। ਬੀਬੀ ਮੁਮਤਾਜ਼ ਇਹ ਗੱਲ ਕਹਿੰਦੀ ਹੈ, ਉਹ ਪੁੱਛਦੇ ਨੇ ਵੀ ਤੁਹਾਡੇ ਘਰ ਵਿੱਚ ਉਸ ਫਲਾਣੇ ਕਮਰੇ ਵਿੱਚ ਕੌਣ ਹੈ, ਤੇ ਉਹ ਕਹਿੰਦੀ ਹੈ ਮੇਰੇ ਖਾਵੰਦ ਕਹਿੰਦੇ ਨੇ ਪਤੀ ਨੂੰ। ਹੁਣ ਉਸ ਦਿਨ ਤੋਂ ਬਾਅਦ ਹੀ ਬੀਬੀ ਮੁਮਤਾਜ਼ ਜਿਹੜੀ ਹੈ ਉਹ ਹਰ ਇੱਕ ਤਰ੍ਹਾਂ ਦੀ ਸੇਵਾ ਭਾਈ ਬਚਿੱਤਰ ਸਿੰਘ ਹੋਣਾ ਦੀ ਕਰਦੀ ਹੈ। ਪਰ ਜ਼ਖਮ ਗਹਿਰੇ ਹੋਣ ਕਰਕੇ ਭਾਈ ਬਚਿੱਤਰ ਸਿੰਘ ਜੀ 8 ਦਸੰਬਰ 1705 ਈਸਵੀ ਨੂੰ ਨਿਹੰਗ ਖਾਂ ਦੇ ਘਰ ਸ਼ਹੀਦੀ ਪ੍ਰਾਪਤ ਕਰ ਜਾਂਦੇ ਹਨ, ਜਿਨ੍ਹਾਂ ਦਾ ਸੰਸਕਾਰ ਭਾਈ ਗਰਸਾ ਸਿੰਘ ਗਹੂਣੀਆਂ ਜੋ ਸੈਣੀ ਜਾਤ ਨਾਲ ਸੰਬੰਧ ਰੱਖਦੇ ਸਨ ਅਤੇ ਭਾਈ ਬੱਗਾ ਸਿੰਘ ਜੋ ਤਰਖਾਣ ਜਾਤੀ ਨਾਲ ਸੰਬੰਧ ਰੱਖਦੇ ਸਨ, ਉਹ ਰਾਤੋਂ ਰਾਤ ਉਹਨਾਂ ਦਾ ਸੰਸਕਾਰ ਕਰ ਦਿੰਦੇ ਹਨ। ਇਸ ਤਰ੍ਹਾਂ ਦੀ ਮਹਾਨ ਸੇਵਾ ਭਾਈ ਬਚਿੱਤਰ ਸਿੰਘ ਦੀ, ਜਿਨ੍ਹਾਂ ਨੂੰ ਸਮੁੱਚਾ ਸਿੱਖ ਪੰਥ ਜਿਹੜਾ ਉਹ ਆਪਣਾ ਸਿਰ ਝੁਕਾਉਂਦਾ ਹੈ।
ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈਣ ਦੀ ਲੋੜ ਹੈ। ਪਟਵਈਆਂ ਦੇ ਅੰਦਰ ਉਹਨਾਂ ਦੇ ਜੀਵਨ ਬਾਬਤ ਕਾਫੀ ਕੁਝ ਜ਼ਿਕਰ ਹੈ। ਜਿਸ ਤਰ੍ਹਾਂ ਪਟਵਈ ਤਲੌਂਡਾ ਉਹਦੇ ਵਿੱਚ ਆਉਂਦਾ ਹੈ, ਬਚਿੱਤਰ ਸਿੰਘ बेटा मनी सिंह का, पोता माईदास का, पड़पोता बल्लू का, चंदर बंसी भारद्वाजी गोत्र पुआर बंश बीजे का, बजौत जलाना बलौत गुरु का बचन पाए सम्मत 1762 पोख मासे सुदी दूज को मलकपुर रंगना के मलान रंगना के हाथ से घायल हुए। पोख मासे सुदी चौथ शुक्रवार के दिहों 1.5 पैर रात गई। कोटला निहंग में श्वास पूरे हुए। सौदागर की पथ गुरु राखी इसकी बेटी मुमताज का सत रहा। इसे तरीके नाल पटवही मुल्तानी सिंधी विच भी ਇਹ ਇਦਰਾਜ ਮਿਲਦਾ ਹੈ। बचित्तर सिंह बेटा मनी सिंह पोता माईदास का गुरु का बचन पाए साल 1762 पोख मासे सुदी दूज वीरवार के दिहो मलकपुर के मलान परगना रोपड़ रंगना गैल युद्ध में घायल हुए। गाम कोटला परगना निहंग खान के गृह रहा। पोख मासे सुदी चौथ शनिवार के दिवस 1.5 पैर रैन गई। श्वास पूरे हुए। निहंग खान की पथ गुरु राखी इसकी बेटी का सत रहा। सो इस तरीके ना भावें कि निहंग खान की बेटी की मंगनी बसी पठाना दे एक मुसलमान जवान नाल हुई सी, पर उसने अपना बोलिया होया झूठ कि कमरे अंदर मेरा खाबंद है, उस झूठ नूं अपना सच समझ के अंतले समय तक उन्हां बोलां नूं पगाया।